ਨਾਲ ਗੱਲਬਾਤ ਅੱਗੇ ਰਹੇਗੀ। 9 ਤਰੀਕ ਨੂੰ ਅਗਲੀ ਮੀਟਿੰਗ ਹੋਏਗੀ। ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਦੇ ਰਹੇ ਹਾਂ ਕਿ 9 ਤਰੀਕ ਨੂੰ ਅਗਲੀ ਮੀਟਿੰਗ ਹੋਏਗੀ। ਅਗਲੀ ਮੀਟਿੰਗ ਦੇ ਵਿੱਚ ਕੀ ਕਾਨੂੰਨ ਵਾਪਸ ਹੋਣਗੇ, ਅਗਲੀ ਮੀਟਿੰਗ ਦੇ ਵਿੱਚ ਕੀ ਕਾਨੂੰਨ ਵਾਪਸ ਹੋਣਗੇ, ਇੱਕ ਇੱਕ ਤਸਵੀਰ ਤੁਹਾਡੇ ਤੱਕ ਦਿਖਾ ਰਹੇ ਹਾਂ। ਨਿਊਜ਼ 18 ਪੰਜਾਬ ਇੱਕ ਇੱਕ ਤਸਵੀਰ ਤੁਹਾਡੇ ਤੱਕ ਪਹੁੰਚਾ ਰਿਹਾ ਹੈ ਕਿ ਅਗਲੀ ਮੀਟਿੰਗ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹੇਗੀ, ਅਗਲੀ ਮੀਟਿੰਗ ਦੇ ਵਿੱਚ ਕਿਸ ਤਰੀਕੇ ਨਾਲ ਗੱਲਬਾਤ ਕੀਤੀ ਜਾਏਗੀ, ਅਗਲੀ ਮੀਟਿੰਗ 'ਚ ਕੀ ਕੁਝ ਹੋਏਗਾ। ਇਹ ਅਮੈਂਡਮੈਂਟ ਅਸੀਂ ਨਹੀਂ ਚਾਹੁੰਦੇ। ਜਿਹੜੀ ਗੱਲ ਉਹਨਾਂ ਦੀ ਅਮੈਂਡਮੈਂਟ ਅਸੀਂ ਨਹੀਂ ਚਾਹੁੰਦੇ, ਅਸੀਂ ਤਾਂ ਕਾਨੂੰਨ ਰੱਦ ਕਰਾਉਣਾ ਚਾਹੁੰਦੇ ਆ। ਇੱਕ ਤੁਸੀਂ ਦੇਖਦੇ, ਤੁਸੀਂ ਮੀਡੀਆ ਵਾਲੇ ਹੋ, ਜੇ ਉਹ ਕਾਨੂੰਨ ਗਲਤ ਨੇ ਅਮੈਂਡਮੈਂਟ ਫੇਰ ਹੀ ਹੋ ਰਹੀ ਹੈ। ਜੇ ਭਲਾ ਉਹਦੇ ਕਾਨੂੰਨਾਂ ਗਲਤ ਕਾਨੂੰਨਾਂ 'ਚ ਅਮੈਂਡਮੈਂਟ ਹੋ ਰਹੀ ਹੈ ਤਾਂ ਇਹ ਜਿਹੇ ਕਾਨੂੰਨ ਰੱਖਣ ਦਾ ਮਤਲਬ ਕੀ ਹੈ? ਅਰਥ ਕੋਈ ਨਹੀਂ ਉਹਦਾ। ਇਸ ਕਰਕੇ ਉਹ ਰੱਦ ਕਰਨ ਦੀ ਮੰਗ ਤੇ ਅਸੀਂ ਅੜੇ ਹੋਏ ਆ, ਰੱਦ ਕਰਨੀ ਚਾਹੀਦੀ। ਸੋ ਰੱਦ ਕਰਨੀ ਜੀ ਤੁਸੀਂ ਨਿਊਜ਼ 18 ਪੰਜਾਬ ਤੇ ਹੋ, ਨਿਊਜ਼ 18 ਪੰਜਾਬ ਨਿਊਜ਼ 18 ਪੰਜਾਬ ਦੇ ਉਗਰਾਹ ਜੀ ਲਾਈਵ ਹੋ। ਇਹ ਦੱਸੋ ਕਿ ਹੁਣ ਮੀਟਿੰਗ 'ਚ ਕਿੰਨੀ ਦੇਰ ਮੌਨ ਵਰਤ ਤੁਸੀਂ ਰੱਖ ਕੇ ਬੈਠੇ ਰਹੇ ਹੋ? ਇਹ ਸਮਾਂ ਦਾ ਨੋਟ ਨਹੀਂ ਕੀਤਾ, ਤਕਰੀਬਨ ਅੱਧਾ ਘੰਟਾ ਹੋ ਸਕਦਾ। ਹਾਂ, ਲੱਗ ਰਿਹਾ ਮਸਲੇ ਦਾ ਹੱਲ ਹੋਏਗਾ, ਕਾਨੂੰਨ ਸਰਕਾਰ ਵਾਪਸ ਲਏਗੀ। 9 ਤਰੀਕ ਅਗਲੀ ਮੀਟਿੰਗ ਹੈ। ਦੇਖੋ ਸਰਕਾਰ ਜਾਊਗੀ ਕਿੱਧਰ, ਅਸੀਂ ਬੈਠੇ, ਅਸੀਂ ਤਾਂ ਨਹੀਂ ਜਾਣਾ ਸਰਕਾਰ ਹੱਲ ਕਰੇ ਨਾ ਕਰੇ। ਸਰਕਾਰ ਕਹਿੰਦੀ ਅਸੀਂ ਹਰ ਮੰਗਾ ਮੰਨਣ ਨੂੰ ਤਿਆਰ ਹਾਂ, ਇੱਕ ਇੱਕ ਮੰਗ ਮੰਨਣ ਨੂੰ ਤਿਆਰ ਆ, ਕਾਨੂੰਨ ਵਾਪਸ ਨਹੀਂ ਲਿੱਤੇ ਜਾ ਸਕਦੇ। ਬਸ ਕਹਿ ਰਹੀ ਹੈ ਨਾ ਵੀ ਕਾਨੂੰਨ ਵਾਪਸ ਨਹੀਂ ਲੈ ਜਾਏ, ਅਸੀਂ ਕਹਿੰਦੇ ਵੀ ਕਾਨੂੰਨ ਵਾਪਸ ਕਰਾ ਕੇ ਜਾਣੇ ਆ। ਇਹੀ ਰੌਲਾ ਸਾਡਾ। ਤਾਂ ਹੁਣ ਮੰਤਰੀ ਜੀ ਕੀ ਕਹਿ ਰਹੇ, ਮੰਤਰੀ ਜੀ ਕੀ ਕਹਿ ਰਹੇ ਸੀਗੇ, ਮਾਹੌਲ ਕਿਹੋ ਜਿਹਾ ਸੀ? ਮਾਹੌਲ ਵਧੀਆ ਸੀ, ਮਾਹੌਲ ਤਾਂ ਨਾਰਮਲ ਰਿਹਾ। ਨਹੀਂ ਆਪਸ ਵਿੱਚ ਹੁਣ ਲੱਗ ਰਿਹਾ ਨਾਲ ਪਿਆਰ ਨਾਲ ਗੱਲ ਤਲਖੀ ਕੋਈ ਨਹੀਂ ਹੋਈ, ਤਲਖੀ ਤਾਂ ਸਾਡੇ ਕਰਨ ਵਾਲਾ ਇੱਕ ਮੈਂ ਦਿਖਾਣਾ ਚਾਹੁੰਦਾ, ਇਹ ਦੇਖੋ ਕਿ ਯੈਸ ਔਰ ਨੋ, ਇਹ ਦੇਖੋ ਇਹ ਯੈਸ ਔਰ ਨੋ, ਇਹ ਮੂੰਹ ਤੇ ਉਂਗਲ ਰੱਖ ਕੇ ਕਿਸਾਨ ਆਗੂ ਬੈਠ ਗਏ ਸੀਗੇ। ਉਹ ਕਹਿ ਰਹੇ ਸੀ ਯੈਸ ਔਰ ਨੋ, ਚਰਚਾ ਨਹੀਂ ਕਰਾਂਗੇ। ਇਹ ਤੁਸੀਂ ਕਹਿ ਰਹੇ ਸੀ ਚਰਚਾ ਨਹੀਂ ਕਰਾਂਗੇ, ਯੈਸ ਔਰ ਨੋ, ਮੂੰਹ ਤੇ ਉਂਗਲੀ ਰੱਖ ਕੇ ਤੁਸੀਂ ਬੈਠ ਗਏ। ਚਰਚਾ ਬਹੁਤ ਹੋ ਚੁੱਕੀ ਆ ਸਾਰੀਆਂ ਮੀਟਿੰਗਾਂ ਚਰਚਾ ਹੀ ਚੱਲੀ ਹੈ। ਵਾਰ-ਵਾਰ ਚਰਚਾ ਕਰਕੇ ਸਮਾਂ ਖਰਾਬ ਕਰਨ ਦੀ ਗੱਲ ਹੈ। ਇਸ ਕਰਕੇ ਸਾਡੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਸੀ ਆਪਾਂ ਚੁੱਪ ਰਹੋ। ਜੈਸ ਜਾਂ ਨੋ 9 ਦੀ ਮੀਟਿੰਗ ਆਊਗੀ, 9 ਦੀ ਮੀਟਿੰਗ ਚ ਆਵੋਗੇ, ਕੀ ਕਰੋਗੇ? 9 ਦੀ ਮੀਟਿੰਗ ਇੰਪੋਰਟੈਂਟ ਰਹੇਗੀ। ਦੇਖੋ ਉਹਨਾਂ ਨੂੰ ਪ੍ਰਪੋਜ਼ਲ ਭੇਜਣੀ ਹੈ ਸਾਨੂੰ, ਉਹ ਪ੍ਰਪੋਜ਼ਲ ਤੇ ਅਸੀਂ ਵਿਚਾਰ ਕਰਾਂਗੇ ਜੇ ਆਉਣ ਵਾਲੀ ਹੋਈ ਤਾਂ। 8 ਤਰੀਕ ਨੂੰ ਭਾਰਤ ਬੰਦ ਰਹੇਗਾ। ਇਹ ਦੱਸ ਦਿਓ 8 ਤਰੀਕ ਨੂੰ ਭਾਰਤ ਬੰਦ ਦੀ ਗੋਲ ਰਹੇਗੀ ਜਾਂ ਨਹੀਂ? ਦੇਖੋ ਭਾਰਤ ਬੰਦ ਦੀ ਕਾਲ ਹੈ, ਉਹ ਕਰਾਂਗੇ। 8 ਤਰੀਕ ਨੂੰ ਭਾਰਤ ਬੰਦ ਰਹੇਗਾ। ਹਾਂ ਜੀ। ਤਾਂ ਉਗਰਾਹ ਹੋਰੀ ਦੱਸ ਰਹੇ ਸੀ 8 ਤਰੀਕ ਨੂੰ ਭਾਰਤ ਬੰਦ ਰਹੇਗਾ, 8 ਤਰੀਕ ਨੂੰ ਭਾਰਤ ਬੰਦ ਰਹੇਗਾ। ਇਹ ਉਗਰਾਹ ਹੋਰਾਂ ਨੇ ਜਾਣਕਾਰੀ ਦਿੱਤੀ। ਬਾਈ ਜੀ ਇਹ ਦੇਖ ਲਓ, ਇਹ ਪਰਚੇ ਸੀਗੇ ਯੈਸ ਔਰ ਨੋ ਵਾਲੇ, ਇਹ ਪਰਚੇ ਸੀਗੇ ਯੈਸ ਔਰ ਨੋ ਵਾਲੇ। ਔਰ ਕੀ ਲੱਗ ਰਿਹਾ ਹੈ? ਪਰਚੇ ਦਿਖਾ ਦਿਓ ਜਿੱਥੇ ਯੈਸ ਔਰ ਨੋ ਲਿਖਿਆ ਹੋਇਆ ਸੀ। ਯੈਸ ਔਰ ਨੋ, ਕਿਉਂ ਇੰਨੀ ਨਾਰਾਜ਼ਗੀ ਸੀ? ਕਿਉਂ ਤੁਸੀਂ ਚੁੱਪ ਹੋ ਗਏ ਸੀ? ਕਿਉਂ ਨਹੀਂ ਤੁਸੀਂ ਬੋਲ ਰਹੇ ਸੀ? ਸਰਕਾਰ ਸਾਡੀਆਂ ਜਿਹੜੀਆਂ ਮੰਗਾਂ ਅਸੀਂ ਮਨਾਉਣ ਜਾ ਰਹੇ ਤੇ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਰਹੀ ਸੀ, ਲੇਕਿਨ ਬਾਰ-ਬਾਰ ਉਸੇ ਮੁੱਦੇ ਤੇ ਬਾਤ ਕਰਦੀ ਸੀਗੀ, ਪਰ ਅਸੀਂ ਉਹ ਬਾਤ ਕਰਨ ਨੂੰ ਤਿਆਰ ਨਹੀਂ ਸੀਗੇ। ਇਸ ਕਰਕੇ ਸਾਡੀ ਜਿਹੜੀ ਕਮੇਟੀ ਦੀ ਬਣਾਈ ਹੋਈ ਆ 5 ਮੈਂਬਰੀ ਕਮੇਟੀ, ਉਹਨਾਂ ਦੇ ਫੈਸਲੇ ਦੇ ਮੁਤਾਬਕ ਅਸੀਂ ਸਾਰੇ ਜਿੰਨੇ ਵੀ 31 ਮੈਂਬਰ ਸੀਗੇ, ਅਸੀਂ ਸਾਰਿਆਂ ਨੇ ਮੌਨ ਧਾਰਿਆ। ਘੱਟੋ ਘੱਟ ਅੱਧਾ ਘੰਟਾ ਅਸੀਂ ਮੌਨ ਧਾਰੀ ਰੱਖਿਆ। ਉਸ ਤੋਂ ਬਾਅਦ ਸਰਕਾਰ ਨੇ ਫੈਸਲਾ ਕੀਤਾ। ਫੈਸਲਾ ਕਰਨ ਤੋਂ ਬਾਅਦ ਸਾਨੂੰ 9 ਤਰੀਕ ਦਿੱਤੀ ਉਹਨਾਂ ਨੇ। 9 ਤਰੀਕ ਨੂੰ ਸਾਨੂੰ ਵਿਸ਼ਵਾਸ ਦਿੱਤਾ ਵੀ ਅਸੀਂ 9 ਤਰੀਕ ਨੂੰ ਤੁਹਾਡਾ ਜਿਹੜਾ ਫੈਸਲਾ ਤੁਹਾਡੇ ਹੱਕ ਵਿੱਚ ਕਰ ਦਾਂਗੇ। ਨੂੰ ਹੁਣ ਤੁਸੀਂ ਮੀਟਿੰਗ 'ਚ ਜਾਓਗੇ? ਸਾਰੇ ਜਥੇਬੰਦੀਆਂ ਮੀਟਿੰਗ 'ਚ ਜਾ ਰਹੀਆਂ 9 ਤਰੀਕ ਨੂੰ? ਹਾਂ ਬਿਲਕੁਲ ਜਾਵਾਂਗੇ। ਸਾਰਿਆਂ ਦਾ ਫੈਸਲਾ ਹੈ। 8 ਤਰੀਕ ਦਾ ਸਾਡਾ ਭਾਰਤ ਬੰਦ ਦਾ ਜਿਹੜਾ ਚੱਕੇ ਜਾਮ ਦਾ ਸੱਦਾ, ਉਹ ਚੱਕਾ ਜਾਮ ਰਹੂਗਾ। 9 ਤਰੀਕ ਨੂੰ ਅਸੀਂ, ਸਰਕਾਰ ਨੇ ਤੁਹਾਨੂੰ ਅਪੀਲ ਕੀਤੀ ਚੱਕਾ ਜਾਮ ਨਾ ਕਰੋ, ਸਰਕਾਰ ਨੇ ਅਪੀਲ ਕੀਤੀ ਤੁਹਾਨੂੰ, ਉਹ ਅਪੀਲ ਨਹੀਂ ਮੰਨੋਗੇ ਤੁਸੀਂ? ਉਹ ਸਰਕਾਰ ਨੇ ਅਪੀਲ ਕੀਤੀ ਪਰ ਉਹ ਸਾਡਾ ਫੈਸਲਾ ਨਹੀਂ ਸੀ। ਉਹ ਜਿਹੜਾ ਆਲ ਇੰਡੀਆ ਦਾ ਡਰਾਈਵਰਾਂ ਦਾ ਫੈਸਲਾ ਸੀ, ਉਹਨਾਂ ਨੇ ਸਾਨੂੰ ਸਮਰਥਨ ਦਿੱਤਾ। ਉਹ ਸਾਡੇ ਨਾਲ ਰਲੇ ਨੇ, ਭਾਈਚਾਰਾ ਸਾਡਾ। ਇਸ ਕਰਕੇ ਅਸੀਂ ਉਹਨਾਂ ਦਾ ਸਮਰਥਨ ਜੋ ਕਬੂਲ ਕੀਤਾ, ਅਸੀਂ ਇਹ ਮਨਜ਼ੂਰੀ ਦਿੰਦੇ ਆ ਵੀ ਅਸੀਂ ਉਹਨਾਂ ਦੇ ਸਾਥ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਬਿਆਨ ਦਾ ਜ਼ਿਕਰ ਹੋਇਆ, ਉਹ ਕੀ ਜ਼ਿਕਰ ਹੋਇਆ, ਉਸ ਬਾਰੇ ਵੀ ਤੁਸੀਂ ਜਾਣਕਾਰੀ ਦਿਓ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਥੇ ਦੀ ਜਿਹੜੀ ਸਰਕਾਰ ਆ ਉਹਨਾਂ ਨੂੰ ਲਾਹਣਤਾਂ ਪਾਈਆਂ ਨੇ ਵੀ ਇਹ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਜਾਇਜ਼ ਨੇ, ਵੀ ਇਹ ਤੁਹਾਨੂੰ ਮੰਨ ਲੈਣੀਆਂ ਚਾਹੀਦੀਆਂ ਨੇ। ਇਹ ਉਹਨਾਂ ਦਾ ਬਹੁਤ ਬੜਾ ਪ੍ਰਧਾਨ ਮੰਤਰੀ ਦਾ ਅਸੀਂ ਸਾਰੀਆਂ ਜਥੇਬੰਦੀਆਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਹੁਤ ਉਹਨਾਂ ਦਾ ਧੰਨਵਾਦ ਜਿਹੜਾ ਸਾਡੇ ਕਿਸਾਨੀ ਦੇ ਮਸਲੇ। ਰਵੱਈਆ ਕੀ ਨਜ਼ਰ ਆ ਰਿਹਾ? ਹੋਰ ਆਗੂਆਂ ਨਾਲ ਗੱਲਬਾਤ ਕਰ ਲੈਂਦੇ ਬਾਈ ਜੀ। ਸਰਕਾਰ ਦਾ ਰਵੱਈਆ ਕੀ ਨਜ਼ਰ ਆ ਰਿਹਾ? ਜੇ ਹੁਣ 9 ਨੂੰ ਇੱਕ ਵਾਰ ਫਿਰ ਤੋਂ ਮੀਟਿੰਗ ਸੱਦ ਲਈ ਗਈ ਹੈ। ਦੇਖੋ ਜਿਹੜਾ ਸਰਕਾਰ ਦਾ ਰਵੱਈਆ ਹੈਗਾ ਉਹ ਆਪ ਜੀ ਨੂੰ ਪਤਾ ਹੈ ਭਾਈ ਸਾਹਿਬ, ਵੀ ਹੈਂਕੜ ਵਾਲਾ ਰਵੱਈਆ। ਇਹ ਅੰਦੋਲਨ ਜਿਹੜਾ ਹੈ ਸ਼ਾਂਤਮਈ ਅੰਦੋਲਨ, ਪੀਸਫੁਲੀ, ਇਹ ਇੱਕ ਨਾ ਇੱਕ ਦਿਨ ਸਰਕਾਰ ਦੇ ਰਵੱਈਏ ਨੂੰ ਡਾਊਨ ਕਰ ਦੇਵੇਗਾ ਔਰ ਬਿਲਕੁਲ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਛੱਡੇਗਾ। ਤੁਹਾਡੀ ਇੱਕ ਫੋਟੋ ਵਾਇਰਲ ਹੋਈ ਜਿਸ ਦੇ ਵਿੱਚ ਤੁਸੀਂ ਲਿਖਿਆ ਸੀ ਯੈਸ ਔਰ ਨੋ, ਨੋ ਚਰਚਾ। ਇਹ ਫੋਟੋ ਆਈ ਸੀ, ਇਹ ਫੋਟੋ ਸਾਡੇ ਕੋਲ ਆਈ ਸੀ। ਇਸ ਦੇ ਵਿੱਚ ਤੁਸੀਂ ਕਿਹਾ ਸੀ ਨੋ ਚਰਚਾ। ਸਰਕਾਰ ਫਿਰ ਕਾਨੂੰਨਾਂ ਨੂੰ ਲੈ ਕੇ ਸਮਝਾ ਰਹੀ ਸੀ। ਦੇਖੋ ਸਰਕਾਰ ਵਾਰ-ਵਾਰ ਸਾਨੂੰ ਸਮਝਾ ਰਹੀ ਸੀ ਇਸ ਕਾਨੂੰਨਾਂ ਦੇ ਵਿੱਚ ਆਹ ਕੁਛ ਹੈਗਾ, ਆਹ ਫਾਇਦੇ ਨੇ, ਆਹ ਫਾਇਦੇ ਨੇ। ਅਸੀਂ ਕਿਹਾ ਸਰਕਾਰ ਨੂੰ ਸਾਨੂੰ ਫਾਇਦੇ ਨਹੀਂ ਚਾਹੀਦੇ, ਅਸੀਂ ਤਾਂ ਕਰਕੇ ਆਪਣੀਆਂ ਸਾਰੀਆਂ ਕੁਰਸੀਆਂ ਦੇ ਉੱਪਰ
ਯੈਸ ਔਰ ਨੋ ਚਰਚਾ ਲਿਖ ਕੇ ਲਾਤਾ ਹੈ। ਸਾਨੂੰ ਓਨਲੀ ਕਾਨੂੰਨ ਰੱਦ ਚਾਹੀਦੇ ਨੇ। ਸਰਕਾਰ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜਿਹੜੇ ਤੁਹਾਡੇ ਤੇ ਪਰਚੇ ਹੋਏ ਪਰਾਲੀ ਨੂੰ ਲੈ ਕੇ, ਜਿਹੜੇ ਪਰਚੇ ਹੋਏ ਆ ਬੈਰੀਕੇਡਿੰਗ ਨੂੰ ਤੋੜਨ ਨੂੰ ਲੈ ਕੇ, ਉਹ ਵੀ ਅਸੀਂ ਵਾਪਸ ਕਰਨ ਨੂੰ ਤਿਆਰ ਹਾਂ। ਬਿਲਕੁਲ ਸਰਕਾਰ ਕਹਿ ਰਹੀ ਆ, ਪਰ ਅਸੀਂ ਇਹ ਗੱਲ ਕਹਿੰਦੇ ਵੀ ਉਹ ਪਰਚਿਆਂ ਦੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ। ਅਸੀਂ ਤਾਂ ਕਹਿੰਦੇ ਵੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਕਾਨੂੰਨ ਰੱਦ ਹੋਣਗੇ, ਅਸੀਂ ਆਪਣੇ ਹੱਕ ਤੋਂ 1 ਇੰਚ ਵੀ ਪਿੱਛੇ ਨਹੀਂ ਹਟਾਂਗੇ। ਤਾਂ ਤਸਵੀਰਾਂ ਮੈਂ ਦਿਖਾ ਰਿਹਾ ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ ਨੇ। ਇੱਕ ਆਗੂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜੋ ਮੀਟਿੰਗ ਦੇ ਅੰਦਰ ਮੌਜੂਦ ਸੀ। ਇੱਕ ਆਗੂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਅੱਗੇ ਗੱਲਬਾਤ ਚੱਲੇਗੀ। ਅੰਦੋਲਨ ਤਾਂ ਚੱਲੇਗਾ, ਅੰਦੋਲਨ 9 ਤਰੀਕ ਤੱਕ ਚੱਲੇਗਾ। 9 ਤੱਕ ਅੰਦੋਲਨ ਚੱਲੇਗਾ। 9 ਨੂੰ ਚਰਚਾ ਵੀ ਹੋਏਗੀ, 9 ਨੂੰ ਗੱਲਬਾਤ ਵੀ ਹੋਏਗੀ। ਔਰ ਇੱਕ ਵਾਰ ਫਿਰ ਮੀਟਿੰਗ ਜਿਹੜੀ ਉਹ ਆ ਗਈ, ਮੀਟਿੰਗ ਇੱਕ ਵਾਰ ਫਿਰ ਤੋਂ ਆ ਗਈ, ਇੱਕ ਵਾਰ ਫਿਰ ਤੋਂ ਮੀਟਿੰਗ ਆ ਗਈ ਹੈ। ਔਰ ਅੱਗੇ ਵੀ ਗੱਲਬਾਤ ਕਰਦੇ ਹਾਂ, ਹੋਰ ਆਗੂਆਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, 9 ਤਰੀਕ ਨੂੰ ਇੱਕ ਵਾਰ ਫਿਰ ਮੀਟਿੰਗ ਰੱਖ ਲਈ ਹੈ ਔਰ ਕਿਸ ਤਰੀਕੇ ਦੇ ਨਾਲ ਮੀਟਿੰਗ ਅਗਲੀ ਰਹਿਣ ਵਾਲੀ ਹੈ? ਦੇਖੋ, ਮੈਂ ਜਾਂਦਾ ਕਹਿ ਗਿਆ ਸੀ ਵੀ ਇਸ ਮੀਟਿੰਗ 'ਚੋਂ ਕੁਝ ਨਹੀਂ ਨਿਕਲਣਾ। ਹਾਂ, ਤੇ ਉਹਨਾਂ ਨੇ ਮਤਲਬ ਜਿਹੜਾ ਰੱਖਿਆ, ਪਹਿਲਾਂ ਸਾਨੂੰ ਕਹਿੰਦੇ ਕੱਲੇ ਮੁੱਦੇ ਤੇ ਕਰ ਲਓ। ਅਸੀਂ ਸਾਡੇ ਲੀਡਰ ਨੇ ਦਿੱਤਾ ਜਵਾਬ, ਸਾਰਿਆਂ ਨੇ ਜਦੋਂ ਨਹੀਂ ਕਰਨਾ। ਫਿਰ ਜਦੋਂ ਜਮੀ ਨਾ ਹਟੇ, ਫਿਰ ਅਸੀਂ ਪੌਣਾ ਘੰਟਾ ਮੂੰਹ ਧਰ ਲਿਆ, ਬੋਲੇ ਹੀ ਨਹੀਂ। ਤੇ ਫਿਰ ਉਹ ਉੱਠ ਕੇ ਬਾਹਰ ਚਲੇ ਗਏ ਮੰਤਰੀ, ਤੇ ਆ ਕੇ ਸਾਨੂੰ ਕਹਿੰਦੇ ਵੀ ਤਰੀਕ ਰੱਖ ਲਓ। ਪਹਿਲਾਂ 7 ਰੱਖਦੇ ਸੀ, ਫਿਰ 8, ਤੇ ਫਿਰ ਉਹ ਅਸੀਂ ਮਤਲਬ ਸਾਡੀ ਇਹ ਮਤਲਬ 9 ਤਰੀਕ ਤੈਅ ਹੋ ਗਈ। ਹੁਣ ਇਹ ਵੀ ਕਿਹਾ ਗਿਆ ਕਿ ਜਿਹੜੇ ਬਜ਼ੁਰਗ ਨੇ, ਜਿਹੜੇ ਬੱਚੇ ਨੇ, ਉਹ ਵੀ ਖੇਤੀਬਾੜੀ ਮੰਤਰੀ ਕਹਿ ਰਹੇ ਕਿ ਉਹਨਾਂ ਨੂੰ ਅੰਦੋਲਨ 'ਚੋਂ ਵਾਪਸ ਭੇਜ ਦਿਓ। ਉਹਨਾਂ ਦੇ ਕਹੇ ਚਲਾਵਾਂਗੇ ਅੰਦੋਲਨ ਦਾ ਲੀਡਰਾਂ ਨੇ ਚਲਾਉਣਾ ਨਾ, ਕਿਹਨੂੰ ਇੱਥੇ ਰੱਖਣਾ, ਕਿਹਨੂੰ ਭੇਜਣਾ। ਉਹਨਾਂ ਨੂੰ ਵਾਪਸ ਨਹੀਂ ਭੇਜਿਆ ਜਾਏਗਾ। ਕੋਈ ਜਾਊ ਵਾਪਸ, ਬੱਚੇ ਬਜ਼ੁਰਗ ਰਹਿਣਗੇ। ਡੈੱਡ ਬੋਡੀ ਜਾ ਸਕਦੀ ਹੈ ਜੇ ਕੋਈ ਮਾੜਾ ਮੋਟਾ ਸ਼ਹੀਦ ਹੋ ਗਿਆ। ਔਰ 8 ਤਰੀਕ ਨੂੰ ਜੋ ਭਾਰਤ ਬੰਦ ਦੀ ਕੋਲ ਹੈ ਉਹ ਪੂਰੀ ਜੱਜ ਕੇ ਲਾਗੂ ਹੋਊਗੀ। ਜੱਜ ਕਰੇ। ਮੈਂ ਤਸਵੀਰਾਂ ਦਿਖਾ ਰਿਹਾ ਦਰਸ਼ਨਪਾਲ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ। ਦਰਸ਼ਨਪਾਲ ਹੋਰੀ ਕੀ ਕਹਿੰਦੇ ਨੇ? ਡਾਕਟਰ ਦਰਸ਼ਨਪਾਲ, ਅੰਦੋਲਨ ਦਾ ਇੱਕ ਵੱਡਾ ਚਿਹਰਾ। ਡਾਕਟਰ ਦਰਸ਼ਨਪਾਲ ਹੋਰਾਂ ਕੋ ਚਲਦੇ ਆ। ਡਾਕटर दर्शनपाल जी, एक ਵੱਡਾ चेहरा ਤੁਸੀਂ ਹੋ करके हम उसको कवर करें। राज्यों से मतलब सरकार अभी उसको स्टडी करना, राज्यों से कोई चर्चा करेंगे, ऐसी कोई बात? ये भी कहा उन्होंने कि राज्यों से हम चर्चा करें। कंसल्ट ਅਸੀਂ ਸੁਣ ਲਈ ਗੱਲ ਉਹਨਾਂ ਦੀ, ਲੇਕਿਨ ਸੱਚੀ ਗੱਲ ਇਹ ਆ ਵੀ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੇ 'ਚ ਅਸੀਂ ਅੰਦਰ ਵੀ ਇੱਕ ਤਰ੍ਹਾਂ ਦਾ ਸੱਤਿਆਗ੍ਰਹਿ ਕੀਤਾ, ਇੱਕ ਪ੍ਰੋਟੈਸਟ ਕੀਤਾ। ਕਿਵੇਂ? ਜਦੋਂ ਉਹਨਾਂ ਨੇ ਸਾਨੂੰ ਬਾਰ-ਬਾਰ ਇਹ ਕਹੀ ਗਏ ਕਿ ਤੁਸੀਂ ਆਪਣੇ ਜਿਹੜੀਆਂ ਇਹਦੇ 'ਚ ਅਮੈਂਡਮੈਂਟਸ ਦੇ ਬਾਰੇ ਦੱਸੋ, ਅਸੀਂ ਕਿਹਾ ਅਸੀਂ ਅਮੈਂਡਮੈਂਟਸ ਕਰਾਉਣੀਆਂ ਹੀ ਨਹੀਂ ਗਈਆਂ। ਅਮੈਂਡਮੈਂਟਸ ਦੇ ਨਾ ਅਸੀਂ ਇਹਦੇ ਬਾਰੇ ਦੱਸਿਆ, ਅਸੀਂ ਤਾਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣਾ ਹੈ। ਇਹ ਤੇ ਬਾਰ-ਬਾਰ ਗੱਲ ਕਰਦੇ, ਜਦੋਂ ਫਿਰ ਇਹ ਮੁੱਦਾ ਲਾਇਆ ਉਹਦੇ ਸੀ ਕਦੇ ਕੋਈ ਸੈਕਟਰੀ ਬੋਲ ਗਿਆ, ਕਦੇ ਕੋਈ ਹੋਰ ਬੋਲ ਗਿਆ, ਅਸੀਂ ਫਿਰ ਉਹਨੂੰ ਚੁੱਪ ਕਰਾਤਾ। ਫਿਰ ਅਸੀਂ ਕਿਹਾ ਵੀ ਤੂੰ ਦੇਖੋ ਇਹਨਾਂ ਮੁੱਦਿਆਂ ਤੇ ਗੱਲ ਕਰਨ ਦੀ ਕੋਈ ਲੋੜ ਨਹੀਂ ਹੈ। ਬਹੁਤ ਭਾਵੁਕ ਹੋ ਕੇ ਸਾਰੇ ਬੋਲੇ, ਰਾਜੇਵਾਲ ਜੀ ਖਾਸ ਕਰਕੇ, ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਜ਼ਬਰਦਸਤੀ ਉਠਾਓਗੇ, ਹੁਣ ਉੱਥੇ ਖੂਨ ਖਰਾਬਾ ਕਰੋਗੇ, ਲਾਠੀ ਗੋਲੀ ਨਾਲ ਉਠਾਓਗੇ, ਤੁਹਾਡੀ ਮਰਜ਼ੀ ਹੈ। ਇੱਕ ਦੂਜੀ ਗੱਲ ਇਹ ਹੋਈ ਕਿ ਫਿਰ ਅਸੀਂ ਉਹਨਾਂ ਨੂੰ ਇੱਕ ਟੈਕਨਿਕ ਬਦਲਿਆ ਵੀ ਜੇ ਤੁਸੀਂ ਨਹੀਂ ਬੋਲਣਾ ਤਾਂ ਤੁਸੀਂ ਬੋਲੀ ਚੱਲੋ। ਅੰਦਰੋਂ ਅਸੀਂ ਐਲਾਨ ਕਰਤਾ ਵੀ ਇਸ ਦਾ ਹੁਣ ਚੁੱਪ ਕਰਕੇ ਬੈਠੇ ਤੁਸੀਂ ਉਹ ਬੋਲੋ। ਫਿਰ ਪਹਿਲਾਂ ਮੰਤਰੀ ਜੀ ਬੋਲੇ, ਫਿਰ ਸੈਕਟਰੀ ਬੋਲਿਆ, ਫਿਰ ਕੋਈ ਇੱਕ ਤਾਂ ਹੋਰ ਬੋਲਿਆ। ਫਿਰ ਜਦੋਂ ਇੱਧਰੋਂ ਸੀ ਮਤਲਬ 20-25 ਮਿੰਟ ਦਾ 25-30 ਮਿੰਟ ਦਾ ਸਨਾਟਾ ਛਾਇਆ ਰਿਹਾ ਹੋਵੇ। ਉਸ ਸਨਾਟੇ ਦੇ ਵਿੱਚ ਪਹਿਲਾਂ ਵੀ ਪਿਊਸ਼ ਗੋਇਲ ਜੀ 3-4 ਵਾਰੀ ਉੱਠ ਕੇ ਗਏ, ਉੱਪਰ ਫੋਨ ਸ਼ਾਇਦ ਕਰਕੇ ਆਏ ਹੋਣਗੇ। ਫਿਰ ਉਹ ਤੋਂ ਬਾਅਦ ਸਾਰੇ ਉੱਠ ਗਏ। ਫਿਰ ਉਹਨਾਂ ਨੇ ਆ ਕੇ ਕਿਹਾ ਵੀ ਤੁਹਾਡਾ ਅਸੀਂ ਸੋਚਦੇ ਸੀ ਕਿ ਸ਼ਾਇਦ ਸ਼ਰਧਾ ਨਾਲ ਗੱਲ ਚੱਲ ਜੇ, ਲੇਕਿਨ ਤੁਸੀਂ ਦੂਜੇ ਐਂਡ ਤੇ ਖੜੇ ਹੋ, ਇਸ ਕਰਕੇ ਇਹਦੇ ਤੇ ਸਾਨੂੰ ਸੋਚਣ ਲਈ ਟਾਈਮ ਚਾਹੀਦਾ। ਅਸੀਂ ਕੱਲ ਸ਼ਾਮ ਤੱਕ ਪੂਰੀ ਗਵਰਨਮੈਂਟ ਰਲ ਕੇ ਇਹਦੇ ਤੇ ਕੁਝ ਸੋਚ ਲਾਂਗੇ, ਪ੍ਰਪੋਜ਼ਲ ਤੁਹਾਨੂੰ ਭੇਜ ਦਾਂਗੇ ਤੇ ਮੀਟਿੰਗ ਆਪਾਂ 7 ਤਰੀਕ ਲੱਗਦਾ ਕੀ ਹੈ ਡਾਕਟਰ ਸਾਹਿਬ, ਕੀ ਲੱਗਦਾਗਾ ਗੱਲ ਲੱਗ ਜੂਗੀ ਸਿਰੇ? 9 ਨੂੰ ਗੱਲ ਸਿਰੇ ਲੱਗ ਜੂਗੀ? ਮੈਨੂੰ ਲੱਗਦਾ 9 ਤਰੀਕ ਨੂੰ ਦੇਖੋ ਏਜੰਡਾ ਫੋਕਸ ਹੋ ਗਿਆ। ਇਹ ਇੱਕੋ ਗੱਲ ਤੇ ਹੋਣੀ ਹੈ। ਉਹ ਬਾਕੀ ਗੱਲਾਂ ਤੇ ਵੀ ਐਮਐਸਪੀ ਵਗੈਰਾ ਤੇ ਕੁਝ ਸਾਡੇ ਕਿਸਾਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਈਵਨ ਗਵਰਨਮੈਂਟ ਦਾ ਵੀ ਇਹੀ ਸੀ ਵੀ ਅਸਲ 'ਚ ਪਹਿਲਾਂ ਜਿਹੜਾ ਕਾਨੂੰਨਾਂ ਬਾਰੇ ਗੱਲ ਚੱਲ ਰਹੀ ਹੈ, ਏਜੰਡਾ ਪਹਿਲਾਂ ਹੈ, ਇਹ ਤੇ ਗੱਲ ਈਵਨ ਅਸੀਂ ਵੀ ਇਹੀ ਕਹਿੰਦੇ ਸੀ। ਜਿਹੜਾ ਯੈਸ ਔਰ ਨੋ ਹੈਗਾ, ਜਿਹੜਾ ਯੈਸ ਔਰ ਨੋ ਸੀਗਾ, ਉਹ ਇਹੀ ਸੀਗਾ ਕਿ ਬਿੱਲ ਰੱਦ ਕਰਨੇ ਜਾਂ ਨਹੀਂ। ਪਰ ਤੁਹਾਨੂੰ ਲੱਗਦਾ ਕਿ ਇੱਕ ਪੁਆਇੰਟ ਦੇ ਏਜੰਡੇ ਤੇ ਆ ਜਾਊਗੀ ਅਗਲੀ ਮੀਟਿੰਗ ਤੱਕ ਕਿ ਯੈਸ? ਨਹੀਂ, ਉਹ ਸ਼ੁਰੂ ਮੀਟਿੰਗ ਅਸਲ 'ਚ ਉੱਥੇ ਹੀ ਖੜੀ ਰਹੀ ਸ਼ੁਰੂ ਤੋਂ ਲੈ ਕੇ ਅੰਤ ਤੱਕ। ਡਾਕਟਰ ਦਰਸ਼ਨਪਾਲ ਦੇ ਰਹੇ ਸੀ ਜਾਣਕਾਰੀ। ਅੱਗੇ ਵੀ ਤਸਵੀਰਾਂ ਦਿਖਾ ਰਹੇ ਹਾਂ, ਅੱਗੇ ਵੀ ਤਸਵੀਰਾਂ ਦਿਖਾ ਰਹੇ ਹਾਂ। लेकिन ज्ञानी साहब, जिस तरीके से आज 5वीं मीटिंग की लगता है लोगों की मीटिंग देखो, ये तो आप सरकार बात मानेगी आपकी? क्यों नहीं मानेगी? सरकार किसानों की है, सरकार देशवासियों की है, सरकार कोई ऊपर से नहीं आती, सरकार पब्लिक की है, सरकार जनता की है, तो सरकार जनता की बात क्यों नहीं मानेगी? एमएसपी को मानने के लिए आप लोग तैयार हैं? सब कई जो 2 एजेंडे सब बात कानून वापस होंगे, कानून वापस होंगे। ज्ञानी साहब ਖੋਲੋ ਬੱਸ ਦੇ ਵਿੱਚ ਵੀ ਅਸੀਂ ਦਿਖਾ ਦਿੰਨੇ ਆ। ਬੱਸ ਦੇ ਵਿੱਚ ਅਸੀਂ ਕੁਝ ਕਿਸਾਨ ਆਗੂ ਜੋ ਲਗਾਤਾਰ ਨਿਊਜ਼ 18 ਤੇ ਲਾਈਵ ਹੈ, ਤੁਸੀਂ ਵੀ ਲਾਈਵ ਹੋ, ਦੁਨੀਆ ਤੁਹਾਨੂੰ ਦੇਖ ਰਹੀ ਹੈ। ਇੱਕ ਵਾਰੀ ਬੱਸ ਖੋਲੋ ਭਾਜੀ। ਅਸੀਂ ਸਾਨੂੰ ਕਿਸਾਨ, ਤੁਸੀਂ ਸਵੇਰੇ ਦੇਖਿਆ ਬੱਸਾਂ ਨੂੰ ਕਿਸਾਨ ਰਹਿ ਗਏ ਸੀ। ਅਸੀਂ ਨਹੀਂ ਚਾਹੁੰਦੇ ਕੋਈ ਕਿਸਾਨ ਛੁੱਟੇ, ਪਹਿਲਾਂ ਕਿਸਾਨ ਬਿਠਾ ਲੈਂਦੇ ਹੋ, ਅਸੀਂ ਮੀਡੀਆ ਨੂੰ ਲਾਊਡ ਕਰਾਂਗੇ, ਨਾਲ ਭੇਜਾਂਗੇ।
ਅਸੀਂ ਰਿਕੁਐਸਟ ਹੈ ਸਵੇਰੇ ਸ਼ੀਸ਼ਾ ਤੁਸੀਂ ਦੇਖਿਆ ਨਾ ਸ਼ੀਸ਼ਾ ਟੁੱਟ ਗਿਆ ਤੇ ਇਸ ਕਰਕੇ ਰਿਕੁਐਸਟ ਕਰ ਰਹੇ ਕਿ ਪਹਿਲਾਂ ਕਿਸਾਨ ਬੈਠ ਲੈਂਦੇ ਹੋ ਤਸੱਲੀ ਨਾਲ ਬੈਠ ਕੇ ਨਾਲ ਜਾਇਆ ਜੀ ਤੇ ਅੱਗੇ ਕਿਵੇਂ ਅੱਗੇ ਜਿਹੜੀ ਇਹ ਬੱਸ ਉੱਥੇ ਹੀ ਜਾਏਗੀ ਸਿੰਘੂ ਬਾਰਡਰ ਤੇ ਉੱਥੇ ਹੀ ਜਾਏਗੀ ਬਿਲਕੁਲ ਜੀ ਉੱਥੇ ਹੀ ਜਾਏਗੀ ਤੁਹਾਨੂੰ 5 ਮਿੰਟ ਦਾ ਸਾਨੂੰ ਸਮਾਂ ਦੇ ਦਿਓ ਤੁਹਾਨੂੰ ਸਾਰਿਆਂ ਨੂੰ ਹੀ ਬਿਠਾਉਣੇ ਨਾਲ ਬੱਸ ਦੇ ਵਿੱਚ ਵੀ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰ ਰਹੇ ਆ ਕਿਸਾਨ ਆਗੂਆਂ ਦੇ ਨਾਲ ਉਹ ਤਸਵੀਰਾਂ ਦਿਖਾਉਂਦੇ ਰਹੋ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਲਗਾਤਾਰ ਤਸਵੀਰਾਂ ਦਿਖਾਉਂਦੇ ਰਹੋ ਇੱਕ ਤਸਵੀਰ ਤੁਸੀਂ ਦਿਖਾਉਂਦੇ ਰਹੋ ਅਸੀਂ ਕੋਸ਼ਿਸ਼ ਕੀ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਏਗੀ ਕਿਸ ਤਰੀਕੇ ਨਾਲ ਹੋਏਗੀ ਨਿਰਾਸ਼ ਕਿਉਂ ਹੋਏ ਆਖਰਕਾਰ ਅੱਜ ਫਿਰ ਨਿਰਾਸ਼ ਹੋਏ ਕਿਸਾਨ ਕਿਸਾਨਾਂ ਦਾ ਸਾਨੂੰ ਸਵਾਲ ਵੱਡਾ ਇਹੀ ਹੈ ਉਹ ਕਰਨਾ ਦਾ ਧੱਕੋ ਸਾਨੂੰ ਤਾਂ ਕਿਸਾਨ ਆਗੂ ਵਾਪਸ ਸਿੰਘੂ ਬਾਰਡਰ 20 मिनट नहीं बोला कोई मंत्री बोली गया मिन्नतां करी गया कोई ना बोला फिर उसके PM से गल करी होनी है ते जां अमित शाह ने गल करी होनी है उन्हां नाल गल करके फिर 4 दिन का समा और दिओ ਅਸੀਂ 4 दिन के बाद 9 तरीक को हल लेके आवांगे ਹੁਣ 9 ਤਰੀਕ ਦੀ ਮੀਟਿੰਗ ਹੋਊਗੀ 8 ਤਰੀਕ ਨੂੰ ਭਾਰਤ ਬੰਦ ਹੋਊਗਾ ਐਜੀਟੇਸ਼ਨ ਜਿਉਂਦੀ ਤਿਉਂ ਚੱਲਦੀ ਰਹੇਗੀ अगर 9 तरीक ਨੂੰ ਹੱਲ नहीं लेके आਉਂਦੇ ਤਾਂ ਅੰਦੋਲਨ ਤਿੱਖਾ होगा जी बहुत धन्यवाद। तो यहाँ पर हम शैलेंद्र जी से भी समझेंगे उनका साफ तौर पे कहना है जैसे शैलेंद्र जी अभी हम किसान नेताओं से बात कर रहे थे 9 आंदोलन को 9 उन्होंने साफ तौर पे कहा कि अगर 9 तारीख को भी जमा नहीं रद्द कर दिया बिल्कुल नहीं का और जो परेशानियां थी उस बात से उन कानूनों से वो उनको चेंज करने को ਉਹ ਚੇਂਜ ਕਰਨਾ ਚਾਹੁੰਦੇ ਨੇ ਪੂਰਾ ਜ਼ੋਰ ਲਾਇਆ ਵੀ ਚੇਂਜ ਕਰਕੇ ਨਹੀਂ ਬਿਲਕੁਲ ਨਹੀਂ ਇਹਨਾਂ ਨੂੰ ਤਿੰਨਾਂ ਨੂੰ ਕਰੋ ਖਾਰਜ ਦੂਜੇ ਸਾਡੇ ਮਤਲਬ ਮੰਗਾਂ ਨਹੀਂ ਉਹ ਪੂਰੀਆਂ ਕਰੋ ਉਹਦੇ ਵਗ ਜਾਣ आपने मौन व्रत भी रखा उसके आगे ਪੌਣਾ ਘੰਟਾ ਮੂੰਹ ਰੱਖਿਆ ਜੋ ਬੋਲਣੋਂ ਨਾ ਹਟੇ ਕੱਲੀ ਕੱਲੀ ਤੇ ਗੱਲ ਕਰਾਉਣ ਕਿਉਂ ਉਹਨਾਂ ਦਾ ਇੱਕ ਗੱਲ ਕਹਿਤੀ ਉਹਦੇ ਘੱਟੋ ਘੱਟ ਅੱਧਾ ਘੰਟਾ ਲੱਗ ਜਾਂਦਾ ਹੈਗਾ ਅਸੀਂ ਸਮਝ ਕੇ ਗੱਲ ਨੂੰ ਵੀ ਗੱਲ ਮੁਕਾਉਣੀ ਚਾਹੁੰਦੇ ਨੇ ਅਸੀਂ ਚੁੱਪ ਕਰਕੇ एक और मांग करी थी उन्होंने आपसे कि बुजुर्गों और बच्चों को प्रोटेस्ट से हटा दिया जाए घर वापस भेजा जाए ठंड के चक्कर में ਸਰਕਾਰ ਤਾਂ ਸਾਰਿਆਂ ਨੂੰ ਘਰੇ ਭੇਜਣਾ ਚਾਹੁੰਦੀ ਇਹ ਦੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਿਗਿਆਨ ਭਵਨ ਦੇ ਅੰਦਰ ਦੀਆਂ ਤੇ ਬਾਹਰ ਦੀਆਂ ਵੀ ਤਸਵੀਰਾਂ ਮੀਟਿੰਗ ਮੁਕੰਮਲ ਹੋ ਚੁੱਕੀ ਹੈ ਤੇ ਮਾਈਕ ਲੱਗ ਚੁੱਕੇ ਨੇ ਥੋੜੀ ਇੱਕ ਮਿੰਟ ਮੈਂ ਬਣਾਈ ਜਾਏਗੀ ਤਾਂ ਇਹ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਇੱਕ ਤਸਵੀਰ ਦਿਖਾ ਰਹੇ ਹਾਂ ਦੇ ਨਾਲ ਗੱਲਬਾਤ ਕਰਦੇ ਰਹੀਏ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਦੇ ਰਹੀਏ ਵੱਡੀ ਖਬਰ ਇਸ ਸਮੇਂ ਦੀ ਤੁਹਾਨੂੰ ਦੱਸ ਦਈਏ ਕਰੀਬ 4.5 ਘੰਟੇ ਦੀ ਮੀਟਿੰਗ ਤੋਂ ਬਾਅਦ 5ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ ਵੱਡੀ ਖਬਰ ਇਸ ਸਮੇਂ ਦੇ ਰਹੇ ਹਾਂ 3 ਤਸਵੀਰਾਂ ਬਿਲਕੁਲ ਲਾਈਵ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਪੰਕਜ ਕਪਾਹੀ ਮੇਰੇ ਸਹਿਯੋਗੀ ਪਹੁੰਚ ਚੁੱਕੇ ਨੇ ਬੱਸ ਦੇ ਅੰਦਰ ਵਿਗਿਆਨ ਭਵਨ ਦੇ ਬਾਹਰ ਜਿੱਥੇ ਬੱਸਾਂ ਲੱਗੀਆਂ ਹੋਈਆਂ ਨੇ ਉੱਥੇ ਦੀਆਂ ਤਸਵੀਰਾਂ ਵੀ ਤੁਹਾਡੇ ਸਾਹਮਣੇ ਨੇ ਤੇ ਵਿਚਾਲੇ ਜਿਹੜੀ ਤਸਵੀਰ ਦੇਖ ਰਹੇ ਹੋ ਇਸ ਤਸਵੀਰ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਜਿਹੜੇ ਕੇਂਦਰੀ ਮੰਤਰੀ ਨੇ ਉਹ ਨਜ਼ਰ ਆਉਣਗੇ ਉਹ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਅੰਦਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਸੀ ਕਿਸਾਨ ਆਗੂ ਕੀ ਕਹਿ ਰਹੇ ਨੇ ਉਹ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਥੋੜੀ ਦੇਰ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਖੇਤੀਬਾੜੀ ਮੰਤਰੀ ਆ ਕੇ ਵੀ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਕਿ 4.5 ਘੰਟੇ ਦੀ ਮੀਟਿੰਗ ਦੇ ਦੌਰਾਨ ਹੋਇਆ ਕੀ ਗੱਲਬਾਤ ਕਿੱਥੇ ਪਹੁੰਚੀ ਕਿੱਥੇ ਪੇਚ ਫਸਿਆ ਹੋਇਆ ਹੈ ਕੀ ਕਿਸਾਨ ਕਹਿ ਰਹੇ ਨੇ ਕੀ ਸਰਕਾਰ ਕਰ ਸਕਦੀ ਹੈ 9 ਦਸੰਬਰ ਦੀ ਮੀਟਿੰਗ ਕੀ ਫਾਈਨਲ ਮੀਟਿੰਗ ਹੋਏਗੀ ਕੀ 9 ਦਸੰਬਰ ਦੀ ਮੀਟਿੰਗ ਫਾਈਨਲ ਮੀਟਿੰਗ ਹੋਏਗੀ ਵੱਡਾ ਸਵਾਲ ਹੈ पंकज का रुख करते हैं पंकज बिल्कुल बिल्कुल गौरव हरमीत सिंह कादियां मेरे नाल जुड़ चुके ने कादियां साहब कई घंटे बैठक चली और हुण 9 ਨੂੰ एक होर बैठकां ते बैठकां हो रही ने तारीख ते सुनिया सी बैठकां ते बैठकां हो रही ने ਇਹ ਤਰੀਕ ਹੀ ਹੈ ਜੀ ਸਾਡੀ ਇਹ ਤਾਂ ਪਾਣੀ 'ਚ ਵਧਾਣੀ ਪਾ ਕੇ ਬੈਠ ਗਏ ਜੀ ਅੱਜ ਦੁਬਾਰਾ ਫੇਰ ਉਹੀ ਸਾਰਾ ਕੁਝ ਦੱਸਣ ਲੱਗ ਗਏ ਵੀ ਆਹ ਜੀ ਉਹ ਜੀ ਵੀ ਕਾਨੂੰਨ ਇਦਾਂ ਇਸ ਕਈ ਸੇ ਤੇ ਬਹਿਸ ਹੋ ਚੁੱਕੀ ਹੈ ਬੜੇ ਸੀਰੀਅਸ ਪੁਆਇੰਟਰ ਤੇ ਅਸੀਂ ਇੱਕ ਲਾਈਨ ਤੇ ਬਹਿਸ ਕਰ ਚੁੱਕੇ ਹਾਂ ਇਹਦੀ ਬਹਿਸ ਕਰਨ ਦੀ ਲੋੜ ਨਹੀਂ ਹੈ ਤਾਂ ਹੀ ਅਸੀਂ ਫਿਰ ਮੌਨ ਧਾਰ ਲਿਆ ਤਾਂ ਮੌਨ ਅੱਜ ਕਿੰਨੀ ਦੇਰ ਮੌਨ ਰਿਹਾ ਔਰ ਮੌਨ ਰੱਖਣ ਦੇ ਮਾਇਨੇ ਕੀ ਸੀਗੇ ਮੌਨ ਰੱਖਣ ਦੇ ਮਾਇਨੇ ਇਹ ਸੀ 1.5 ਘੰਟਾ ਮੌਨ ਰਿਹਾ ਤੇ ਇਸ ਦੇ ਵਿੱਚ ਆਪਣੇ ਸਾਡੇ ਸੋਮਨਾਥ ਜੀ ਜਿਹੜੇ ਸਾਡੇ ਸੋਮ ਪ੍ਰਕਾਸ਼ ਜੀ ਸਾਡੇ ਮਿਨਿਸਟਰ ਵੀ ਨੇ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਬੜਿਆ ਪਾਤਰ ਜੀ ਦੀ ਬੜੀ ਲਾਈਨ ਬੋਲੀ ਵੀ ਨਜ਼ਰ ਨਾ ਲੱਗੇ ਮੇਰੇ ਪੰਜਾਬ ਨੂੰ ਇਹ ਤੋਂ ਮਿਰਚਾਂ ਮਾਰੋ ਤੇ ਇਹ ਸੋਮ ਪ੍ਰਕਾਸ਼ ਜੋ MOS ਮੰਤਰੀ ਨੇ ਉਹ ਕਹਿ ਰਹੇ ਸੀ ਤੁਹਾਡੇ ਵੱਲ ਇਸ਼ਾਰਾ ਕਰ ਰਹੇ ਸੀ ਕਿ ਨਜ਼ਰ ਨਾ ਲੱਗੇ ਹੈ ਨਜ਼ਰ ਕਿੰਦੀ ਲੱਗਣੀ ਹੈ
ਨਜ਼ਰ ਪਤਾ ਨਹੀਂ ਕਿਹਦੀ ਲੱਗੀ ਹੋਈ ਆ, ਉਹਨਾਂ ਨੂੰ ਪਤਾ ਹੋਊਗਾ ਜੀ। ਪਰ ਮੈਂ ਸੀਗਾ ਵੀ ਬੋਲਣਾ ਫਿਰ ਸੀਗਾ ਨਹੀਂ, ਜਵਾਬ ਤਾਂ ਦੇਣਾ ਨਹੀਂ ਸੀ। ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਕਹਿ ਕੇ ਪ੍ਰਵੋਕ ਕਰਕੇ ਵੀ ਬੋਲਿਆ ਜਾਵੇ, ਪਰ ਬੋਲਿਆ ਨਹੀਂ ਕੋਈ ਨਹੀਂ। ਤੇ ਉਸ ਤੋਂ ਬਾਅਦ ਚਾਹ ਦੇ ਟਾਈਮ ਵਾਸਤੇ ਚਲੇ ਗਏ, ਤੇ ਚਾਹ ਤੋਂ ਬਾਅਦ ਆਏ, ਫਿਰ ਅਸੀਂ ਫੈਸਲਾ ਕੀਤਾ ਵੀ ਐ ਤਾਂ ਹੈ ਨਹੀਂ ਵੀ ਕੁਝ ਬੋਲਣਾ ਤਾਂ ਪਊਗਾ ਹੀ। ਫਿਰ ਅਸੀਂ ਯੈਸ ਔਰ ਨੋ ਦੀਆਂ ਫੱਟੀਆਂ ਹੱਥ 'ਚ ਫੜ ਲਈਆਂ, ਤੇ ਅਸੀਂ ਕਹਿਤਾ ਵੀ ਜਾਂ ਸਾਡਾ ਮਤਲਬ ਵੀ ਜਾਂ ਤਾਂ ਕਾਨੂੰਨ ਬਣਾਓ ਜਾਂ ਜਵਾਬ ਦੇ ਦਿਓ। ਤੇ ਇਹ ਹੁਣ ਉਹਨਾਂ ਨੇ ਫੈਸਲਾ ਕੀਤਾ ਕੰਕਲੂਡ ਕਰਦੇ ਹੋਏ ਮੀਟਿੰਗ ਦੇ ਵਿੱਚ ਵੀ ਅਸੀਂ ਹਾਲੇ ਸੀਨੀਅਰਟੀ ਤੇ ਗੱਲ ਕਰਕੇ ਅੱਜ ਬਾਰ-ਬਾਰ ਮੰਤਰੀ ਉੱਠ ਕੇ ਕਿਉਂ ਜਾ ਰਹੇ ਸੀ? ਬਾਰ-ਬਾਰ ਮੰਤਰੀ ਉੱਠ ਕੇ ਜਾ ਰਹੇ ਸੀਗੇ, ਬਾਰ-ਬਾਰ ਦੂਜੇ ਕਮਰੇ 'ਚ ਕੁਝ ਗੱਲਬਾਤ ਕਰਦੇ ਸੀ, ਅਮਿਤ ਸ਼ਾਹ ਨਾਲ ਗੱਲਬਾਤ ਕਰਦੇ ਸੀ, ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਰਹੇ ਸੀ, ਔਰ ਸ਼ੁਰੂਆਤ 'ਚ ਤਾਂ ਤੁਸੀਂ ਵੀ ਉੱਠ ਕੇ ਚੱਲੇ ਸੀਗੇ। ਹੋ ਸਕਦਾ ਜੀ, ਕਿਉਂਕਿ ਸਾਡਾ ਕੁਝ ਫੈਸਲਾ ਸੀ ਵੀ ਜੇ ਨਹੀਂ ਗੱਲ ਸੁਣਦੇ ਤਾਂ ਆਪਾਂ ਵਾਕਆਊਟ ਕਰਾਂਗੇ। ਪਰ ਫਿਰ ਅਸੀਂ ਆਪਣਾ ਆਈਡੀਓਲੋਜੀ ਚੇਂਜ ਕੀਤੀ ਦੇਖਦੇ ਹੋਏ। ਪਰ ਜਿਹੜੀ ਉਹ ਕਿੱਥੇ ਜਾਂਦੇ ਸੀ, ਮੈਂ ਇਹੀ ਚਾਹੁੰਦਾ ਤੁਹਾਡੇ ਰਾਹੀਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਤੋਂ ਆ ਕੇ ਪੁੱਛਣਾ, ਘੱਟੋ ਘੱਟ ਉਹਨਾਂ ਨੂੰ ਮੀਟਿੰਗ 'ਚ ਹੀ ਬੈਠ ਜਾਣਾ ਚਾਹੀਦਾ ਸੀ। ਸਵੇਰੇ ਜਿਵੇਂ ਸਾਨੂੰ ਲੱਗ ਰਿਹਾ ਸੀ ਵੀ ਕਿੰਨਾਂ ਨੂੰ ਪੁੱਛਣ ਜਾ ਰਹੇ ਸੀਗੇ ਬਾਰ-ਬਾਰ ਮੰਤਰੀ? ਔਰ ਖੇਤੀਬਾੜੀ ਮੰਤਰੀ ਇਕੱਲੇ ਜਾਂਦੇ ਸੀ, ਨਾਲ ਦੋਵੇਂ ਮੰਤਰੀ ਵੀ ਨਾਲ ਜਾਂਦੇ ਸੀ? ਨਹੀਂ, ਉਹ ਗੋਇਲ ਜੀ ਜਾਂਦੇ ਸੀ। ਤਿੰਨੇ ਜਾਂਦੇ ਸੀ? ਹਾਂਜੀ ਨਹੀਂ, ਗੋਇਲ ਜੀ ਰੇਲਵੇ ਮੰਤਰੀ ਜਾਂਦੇ ਸੀ। ਅੱਛਾ, ਇਕੱਲੇ ਪਿਊਸ਼ ਗੋਇਲ ਜਾਂਦੇ ਸੀ ਵੱਖ ਤੋਂ ਗੱਲ ਕਰਨ ਬਾਰ-ਬਾਰ? ਹਾਂਜੀ, ਹੋਰ ਨਹੀਂ ਕੋਈ ਜਾਂਦਾ ਸੀ। ਤੇ ਉਹ ਮਤਲਬ ਉਸ ਤੋਂ ਬਾਅਦ ਜਿਸ ਵੇਲੇ ਸਵੇਰੇ ਮੀਟਿੰਗ ਹੋਈ ਸੀ ਪੀਐਮ ਨਾਲ, ਤੇ ਸਾਨੂੰ ਐਂ ਲੱਗਦਾ ਸੀ ਕੋਈ ਕੰਕਰੀਟ ਅੱਜ ਫੈਸਲਾ ਦੇ ਦੇਣਗੇ, ਪਰ ਉਹਨਾਂ ਨੇ ਨਹੀਂ ਦਿੱਤਾ। ਸਾਨੂੰ ਉਦੋਂ ਹੀ ਜਾ ਕੇ ਪਤਾ ਲੱਗ ਸ਼ੱਕ ਹੋ ਗਿਆ ਜਦੋਂ ਦੁਬਾਰਾ ਫਿਰ ਉਹੀ ਸਾਰਾ ਚੈਂਬਰ ਸਾਰਾ ਮੀਟਿੰਗ ਦਾ ਉਹੀ ਬੈਠੇ, ਪਿਊਸ਼ ਗੋਇਲ ਜੀ ਬੈਠੇ, ਤੋਮਰ ਜੀ ਬੈਠੇ, सोम प्रकाश जी बैठे। हल किया जा सकता है ये, आप बताओ क्या 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 करना है। तो हमने कहा हम बिंदुओं के ऊपर चर्चा नहीं करेंगे, ना ही बिंदुओं को हम कोई उसमें निगेट करवाना चाहते हैं, जो उसमें जुड़वाना चाहते हैं। हम चाहते हैं कि इन कानूनों को रद्द किया जाए। तो ये बार बार जब आया तो एक समय के बाद एकदम चुप्पी, बल्कि हमने तय किया कि अब उनको बोलो कि आप बोलते जाओ, हम नहीं बोलेंगे। तो हमने एक तरह का सत्याग्रह रख दिया वहाँ। सत्याग्रह में हमने मौन धार लिया। मौन धारने के बाद वो बोलते गए, हम चुप रहे। फिर एक समय उनको भी चुप होना पड़ा, तो एकदम सन्नाटा छा गया हॉल में। तो फिर वो जो मंत्री हैं वो उठकर गए, बाहर जाके उन्होंने तय किया, 20 मिनट के बाद आए। 20 मिनट में हमने तय कर लिया था कि मौन भी रखेंगे, और फाइलें जो थी फाइलों के ऊपर yes/no लिख के हमने सामने रख दिया। तो वो आके मंत्रियों ने बोला, खेती मंत्री ने, कि हम चाहते थे कि इन कानूनों में संशोधन करके आपके पक्ष में बहुत कुछ हो सकता है, लेकिन क्योंकि आप इस बात पर हो कि इन कानूनों को रद्द किया जाए, इसलिए हमने तय किया है कि कल गवर्नमेंट जो है एट द हाईएस्ट लेवल, गवर्नमेंट कल पूरा दिन लगा के आपके इस मुद्दे को डिसाइड करेगी, आपको प्रपोजल भेज देगी, और 7 तारीख को हम दोबारा बैठेंगे। ਸਾਡੇ ਅੰਦੋਲਨ ਉੱਠਦੇ ਤੋਂ ਚੱਲ ਰਹੇ ਨੇ, ਜਿਹੜੀ ਪਲੈਨਿੰਗਸ ਨੇ ਉਹ ਕਿਤੇ ਨਹੀਂ ਬੰਦ ਹੋਣਗੀਆਂ। ਪ੍ਰੈਸ਼ਰ ਅਸੀਂ ਕ੍ਰੀਏਟ ਕਰਨਾ ਹੀ ਕਰਨਾ। ਉੱਠ ਕੇ ਜਦੋਂ ਮੀਟਿੰਗ 'ਚ ਉੱਠ ਕੇ ਆਏ, ਕੀ ਕਹਿ ਕੇ ਆਏ? ਲਾਸਟ ਸ਼ਬਦ ਕੀ ਸੀ ਜਥੇਬੰਦੀਆਂ ਦੇ? ਜਥੇਬੰਦੀਆਂ ਦੀ ਤਰੀਕ ਰੱਖੀ ਸੀ ਉਹਨਾਂ ਨੇ ਵੀ 9 ਦੀ ਤਰੀਕ ਰੱਖ ਲਾਂਗੇ। ਉਹਨਾਂ ਨੂੰ ਖੁੱਲਾ ਛੁੱਟੀ ਦੇ ਦਿੱਤੀ ਸੀ, ਤੁਸੀਂ ਸਲਾਹ ਕਰ ਲਓ ਆਪਦੀ। ਤੁਸੀਂ ਸਲਾਹ ਕਰ ਲਓ, ਅਸੀਂ ਸਿਰਫ ਕਾਨੂੰਨ ਵਾਪਸ ਲੈਣੇ ਹੋ, ਇਸ ਤੋਂ ਗੱਲ ਕੋਈ ਹੋਰ ਮਨਜ਼ੂਰ ਨਹੀਂ। ਉਹਨਾਂ ਨੇ ਤਾਂ ਕਿਹਾ ਸੀ ਕਿ ਜਿਹੜੇ ਪਰਾਲੀ ਨੂੰ ਲੈ ਕੇ ਪਰਚੇ ਦਰਜ ਹੋਏ ਨੇ ਉਹ ਵਾਪਸ ਲੈ ਲੈਣੇ ਆ, ਜਿਹੜੇ ਹੋਰਡਿੰਗਸ ਤੋੜੇ ਨੇ ਉਹ ਪਰਚੇ ਵਾਪਸ ਲੈ ਲੈਣੇ ਆ, ਤੁਹਾਡੀ ਇੱਕ ਇੱਕ ਮੰਗ ਮੰਨ ਲੈਣੇ ਆ। ਇਹ ਖੇਤੀਬਾੜੀ ਮੰਤਰੀ ਨੇ ਕਿਹਾ ਸੀ। ਨਹੀਂ, ਉਹ ਥੱਲੋਂ ਸ਼ੁਰੂ ਕਰਨ ਲੱਗੇ ਸੀ ਮੰਗਾ। ਅਸੀਂ ਕਹਿੰਦੇ ਵੀ ਉੱਪਰੋਂ ਸ਼ੁਰੂ ਕਰੋ, ਜਿਹੜੀ ਪਹਿਲੀ ਦੂਜੀ ਤੀਜੀ ਮੰਗਾ ਪਹਿਲਾਂ ਉਹ ਸ਼ੁਰੂ ਕਰੋ, ਉਹਨਾਂ ਤੇ ਕੰਕਰੀਟ ਗੱਲ ਕੀਤੀ ਜਾਵੇ। ਅਗਲੀ ਇਹ ਤਾਂ ਪਤਾ ਹੀ ਆ ਵੀ ਉਹਨਾਂ ਨੇ, ਕਿਉਂਕਿ ਹੁਣ ਅੱਜ 5 ਤਰੀਕ ਬੀਤ ਚੁੱਕੀ ਆ, 6 ਮਹੀਨੇ ਹੋ ਗਏ। ਜਿਹੜਾ 2020 ਬਿਜਲੀ ਬਿੱਲ ਉਹ ਅੱਜ ਤੱਕ ਖਾਰਜ ਹੋ ਗਿਆ, ਤੇ ਆਟੋਮੈਟਿਕਲੀ ਖਾਰਜ ਹੋ ਗਿਆ 6 ਮਹੀਨੇ ਜੇ ਬਿੱਲ ਨਹੀਂ ਬਣਦਾ। ਉਸ ਤੋਂ ਬਾਅਦ ਅੱਜ ਕਿਹੜਾ ਬਿੱਲ ਤੁਸੀਂ ਕਹਿ ਰਹੇ ਹੋ ਖਾਰਿਜ ਹੋ ਰਿਹਾ? ਹਾਂਜੀ, ਕਿਹੜਾ ਬਿੱਲ ਕਹਿ ਰਹੇ ਹੋ ਕਿ ਕਿਉਂਕਿ 6 ਮਹੀਨੇ ਨਹੀਂ 2020 ਬਿਜਲੀ ਬਿੱਲ ਜੀ, ਬਿਜਲੀ ਇਲੈਕਟ੍ਰਿਸਿਟੀ ਹੁਣ ਉਹ ਖਾਰਜ ਹੋ ਗਿਆ, ਉਹ ਆਟੋਮੈਟਿਕਲੀ ਖਾਰਜ ਹੋ ਗਿਆ, ਕਿਉਂਕਿ 5 ਤਰੀਕ ਅੱਜ ਹੋ ਗਈ, 6 ਮਹੀਨੇ ਦੇ ਵਿੱਚ ਵਿੱਚ ਉਹ ਬਿੱਲ ਬਣਨਾ ਹੁੰਦਾ, ਉਹ ਆਰਡੀਨੈਂਸ ਸੀਗਾ, ਤੇ ਖਾਰਜ ਹੋ ਗਿਆ। ਅੱਜ ਦੇ ਦਿਨ ਰਾਤ ਨਿਕਲ ਗਈ ਤਾਂ ਖਾਰਜ ਹੋ ਗਿਆ। ਤੇ ਜਿਹੜਾ ਪਰਾਲੀ ਵਾਲਾ ਵਾ ਉਹਦਾ ਮੰਨ ਹੀ ਰਹੇ ਆ ਵੀ ਉਹਨੂੰ ਸ਼ਾਇਦ ਕਾਰਜ ਕਰ ਲੈਣਗੇ। 2 ਮੰਗਾਂ ਮੰਨ ਲੀਆਂ। ਨਹੀਂ, ਹਾਲੇ ਆਪਾਂ ਉਹਨੂੰ ਕਹਿ ਨਹੀਂ ਸਕਦੇ ਸੀ, ਪਹਿਲੀ ਦੂਜੀ ਤੇ ਅੜੇ ਹੋਏ ਆ ਯਾਰ, ਤੀਜੀ ਚੌਥੀ ਗੱਲ ਕਰੀ ਜਾਂਦੇ ਹੋ। ਹਾਲੇ ਆਪਾਂ अरे कोई नहीं, नरेंद्र मोदी 2 बॉर्डर बंद है, बाकी होर भी बॉर्डर नरेंद्र मोदी जी किसानों के प्रधान मंत्री है, वो किसानों को मिलने च उन्होंने कोई दिक्कत नहीं, किसी साडे लीडर को लगातार निराशा तो मिल रही है। कदों कोई निराशा नहीं मिल रही, खुशी मिलेगी, निराशा कोई नहीं। कह रहे हैं कि मीटिंग गरेवा साहब पहला कहते सी ये कानून बहुत वधिया ने, हुण कह रहे उस शोध करना। आज मीटिंग बड़ा चंगा, ਤੁਸੀਂ ਖਾਣਾ ਵੀ ਖਾਦਾ ਕਿਸਾਨਾਂ ਦੇ ਨਾਲ, ਲੱਗ ਰਿਹਾ ਸੀ ਚੰਗਾ ਮਾਹੌਲ ਹੈ। अच्छा माहौल है जी, बहुत बढ़िया है। लगदा कि 9 तरीक ਨੂੰ ਗੱਲ 11 बजे गल होगी, अच्छी होगी, अच्छा होगा जी, अच्छा। कोई नहीं, डेमोक्रेसी च लोकतंत्र च अंदोलन करने का हर किसी को हक है, शांतमई अंदोलन कर रहे हैं, कोई ऐसी गल
सर अब अगली बैठक 9 तारीख को होगी, क्या उम्मीद है? आज भी हमने 2-3 घंटे लगाए मीटिंग ਦੇ ਵਿੱਚ ਪਰ ਕੋਈ ਸਿੱਟਾ ਨਹੀਂ ਨਿਕਲਿਆ, ਬੇਸਿੱਟਾ ਮੀਟਿੰਗ ਨਿਕਲੀ। ਉਹਨਾਂ ਨੇ ਸਾਨੂੰ ਅੱਜ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਕਿਹਾ ਵੀ ਨਹੀਂ, ਅਸੀਂ ਸਮਝਣਾ ਨਹੀਂ, ਕੁਝ ਨਹੀਂ ਸੁਣਨਾ। ਘੰਟਾ ਉਹਨਾਂ ਦੀਆਂ ਗੱਲਾਂ ਸੁਣੀਆਂ, ਫਿਰ ਅਸੀਂ ਚੁੱਪ करके बैठ के मौन धार लिया, कुर्सियों को पीछे खींच लिया हमने। तो फिर भी बोलूँ ना हटे, फिर हमने कहा भी हमने फाइलें पर लिख दिया। फिर हम लंच ब्रेक हो गया, हमने खाना आपदा मुका के खादा। उसके बाद हमने फाइलें पर लिख के रख दिया यस या नो, यस करो या नो, हाँ या ना करो। फिर क्या लग रहा है सरकार के रुख से, क्या लग रहा है कि वो आपकी बातें मान रहे हैं? कोशिश कर रहे हैं, दबाव डाल रहे हैं, लोग आ रहे हैं। फिर सोम प्रकाश जी मंत्री हमारे पास आए, हमने उनको भी कहा भी छोड़ दो, पंजाब के लिए, पंजाबियत के लिए छोड़ दो मिनिस्ट्री, हम आपको हारों के लाद के ले जाएंगे, जहाँ मनवाओ इनको, जहाँ हमारे साथ बैठो चल के। तो ऐसी बातें हमारी हुई और उसके बाद उन्होंने फैसला कर लिया भी हमें कहते थे 7 तारीख शाम को कर लो। हमने बोला भी नहीं, आप अच्छी तरह सलाह कर लो, हमने रोज़ मीटिंगों पर नहीं आना। फिर वो कहते थे 8 को कर लो। 8 का हमारा भारत बंद है, 8 को हम पूर्ण तौर पर भारत बंद करेंगे और 9 को मीटिंग करेंगे। और किसानों से बड़े अच्छे माहौल में बातचीत हुई है और 9 तारीख को 11 बजे मुझे लगता है उस दिन हल निकल आना है और ये आंदोलन समाप्त हो जाना है। सरकार के बॉडी लैंग्वेज से क्या लगा, पॉजिटिव है सरकार? नहीं, सरकार तो पॉजिटिव ही है, सरकार तभी तो बात कर रही है बार बार, नहीं तो 5-5, 6-6 घंटे क्यों बैठे? तो अगर पॉजिटिव है तभी बैठ रही है ना, मसला हल करना चाह रहे हैं तभी बैठ रहे हैं। और इसी बीच आप लोगों ने 8 तारीख को भारत बंद के बे कॉल किया है, तो क्या भारत? मैं बीजेपी से हूँ, हम नेगोशिएटर हैं जो नेगोशिएट करवा रहे हैं, मैं और सुरजीत जानी जी, मेरा नाम हरजीत सिंह गरेवाल है, तो हम नेगोशिएट करवा रहे हैं और बड़ा अच्छा हो रहा है। के अंदर बहुत गुस्सा बढ़ रहा है, सरकार लंबा कर रही है, इस काम को लंबा खींच रही है, ये सरकार के लिए नुकसानदेह है और जिन लोगों ने सरकार को तख्त पर बिठाया है उन लोगों को सड़क पर रोकने का जतन कर रही है सरकार। ये बहुत घटिया है। स्टैंड ही करता वो ਅਸੀਂ ਭਾਰਤ ਬੰਦ 8 ਤਰੀਕ ਨੂੰ ਬਿਲਕੁਲ ਬੰਦ ਹੈ। ਤੁਹਾਨੂੰ ਲੱਗਦਾ ਕੇਂਦਰ ਸਰਕਾਰ 9 ਦਸੰਬਰ ਨੂੰ ਜਿਹੜੀ ਮੀਟਿੰਗ ਰੱਖੀ ਹੈ ਉਹਦੇ ਵਿੱਚ ਕਾਨੂੰਨ ਰੱਦ ਕਰੇਗੀ? ਦੇਖੋ ਆਸ ਨਾਲ ਹੀ ਇਹ ਕੰਮ ਚੱਲਦਾ, ਆਸ ਨਾਲ ਹੀ ਅੱਜ ਐਸਾ ਜਾਨ ਰਾਸ਼ੇ ਰਹੇ ਆ, ਪਰ ਸਰਕਾਰ ਝੁਕ ਗਈ ਹੈ। ਪਰ ਮੈਂ ਨਾ ਸਰਕਾਰ ਨੂੰ ਐਡੀ ਅੜੀ ਨਹੀਂ ਕਰਨੀ ਚਾਹੀਦੀ। ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਦੁਨੀਆ ਵੇਖ ਰਹੀ ਹੈ ਇਸ ਟਾਈਮ, ਲੋਕ ਵੀ ਬਾਹਰੋਂ ਹਮਾਇਤ ਕਰ ਰਹੇ ਨੇ ਇਸ ਗੱਲ ਦੀ, ਲੇਕਿਨ ਪ੍ਰਧਾਨ ਮੰਤਰੀ ਨੂੰ ਸਹੀ ਫੈਸਲਾ ਲੋਕਾਂ ਦੇ ਹੱਕ ਵਾਸਤੇ ਕਰਨਾ ਚਾਹੀਦਾ ਔਰ ਲੋਕਾਂ ਦੀ ਨਬਜ਼ ਪਛਾਣ ਕੇ ਲੋਕਾਂ ਦੇ ਹੱਕ 'ਚ ਫੈਸਲਾ ਦੇਣਾ ਚਾਹੀਦਾ। ਧੰਨਵਾਦ। सर ये बताइए कि किसानों ने ये कृषि मंत्री देखो रद्द कराएंगे, रद्द कराएंगे, रद्द करा के जाए, मेरी पास रद्द करा के जावांगे। देखो साडा फैसला जो है पहले दिन तो फैसला ਉਹਦੇ ਸਾਡਾ ਕੋਈ ਇੱਧਰ ਉੱਧਰ ਦਾ ਕੰਮ ਨਹੀਂ। ਸਰਕਾਰ ਜਿਹੜੀ ਉਹ ਸਰਕਾਰ ਕਦੀ ਬਦਲਦੀ ਹੈ, ਕਦੀ ਕੁਛ ਕਰਦੀ ਹੈ। ਵੇਖੋ ਅੱਜ ਵੀ ਸਰਕਾਰ ਨੇ ਪਹਿਲਾਂ ਤਾਂ ਮੰਨਦੇ ਨਾ ਸੀ, ਇਹਨਾਂ ਦੇ ਮੰਤਰੀ ਕਹਿੰਦੇ ਸੀ ਵੀ ਇਹ ਬੜੇ ਵਧੀਆ ਕਾਨੂੰਨ ਨੇ, ਲੋਕਾਂ ਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣਗੇ, ਇਹ ਕਰ ਦੇਣਗੇ, ਉਹ ਕਰ ਦੇਣਗੇ। ਹੁਣ ਪਿਛਲੀ 3 ਤਰੀਕ ਤੋਂ ਇਹ ਕਹਿਣ ਲੱਗੇ ਨੇ ਕਿ ਇਹ ਜਿਹੜੇ ਕਾਨੂੰਨ ਨੇ ਗਲਤ ਨੇ, ਇਹਨਾਂ 'ਚ ਸੋਚਣਾ ਪਊਗਾ, ਸੋਚਣ ਵਾਸਤੇ ਮਜਬੂਰ ਹੋਏ ਹੋ। ਹੁਣ ਅੱਜ ਫੇਰ ਉਹਨਾਂ ਨੇ ਇਹ ਗੱਲ ਕਹਿਤੀ ਕਿ ਸਾਰੀਆਂ ਮੱਦਾਂ ਖਤਮ ਕਰ ਦੇ ਰਹੇ ਵੀ ਤੁਸੀਂ ਰਹਿਣ ਦਿਓ, ਵੀ ਮੱਦਾਂ ਸਾਰੀਆਂ ਖਤਮ ਕਰ ਦਿੰਦੇ ਆ, ਬਾਕੀ ਅੜੀ ਤੁਸੀਂ ਛੱਡੋ। ਅਸੀਂ ਕਿ ਸਾਡੀ ਅੜੀ ਨਹੀਂ, ਸਾਡਾ ਤੇ ਗਲ ਘੁੱਟਿਆ ਜਾ ਰਿਹਾ। ਤੁਸੀਂ ਜ਼ਹਿਰ ਖਵਾ ਰਹੇ ਸਾਨੂੰ ਧੱਕੇ ਨਾਲ, ਸਾਨੂੰ ਧੱਕੇ ਨਾਲ ਸਾਡੇ ਮੂੰਹ 'ਚ ਜ਼ਹਿਰ ਤੁੰਨ ਕੇ ਤੁਸੀਂ ਕਹਿ ਰਹੇ ਤੁਹਾਡਾ ਫਾਇਦਾ ਹੋ ਰਿਹਾ। ਜਿਹਨੂੰ ਜ਼ਹਿਰ ਦਿਆਂਗੇ ਉਹ ਫਾਇਦਾ ਕਿੱਥੋਂ ਕਰੂਗਾ? ਉਹ ਨਹੀਂ ਫਾਇਦੇ ਵਾਲੀ ਗੱਲ। ਇਸ ਕਰਕੇ ਅਸੀਂ ਬਿਲਕੁਲ ਨਹੀਂ ਮੰਨਦੇ ਤੁਹਾਡੀ ਗੱਲ ਨੂੰ। ਅਸੀਂ ਇਹ ਤਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਜਾਵਾਂਗੇ। ਜਿੰਨਾ ਚਿਰ ਮਰਜ਼ੀ ਬਿਠਾ ਲਓ ਇੱਥੇ, ਅਸੀਂ ਬੈਠੇ ਆ, ਸ਼ਾਂਤੀਪੂਰਵਕ ਸਾਡਾ ਧਰਨਾ ਹੈ, ਇਸ ਕਰਕੇ ਸ਼ਾਂਤੀਪੂਰਵਕ ਚੱਲਦਾ ਰਹੂਗਾ। ਜਿਹੜੇ ਕਾਨੂੰਨ ਨੇ ਕਾਲੇ ਇਹਨਾਂ ਨੂੰ ਰੱਦ ਕਰਾ ਕੇ ਹੀ ਵਾਪਸ ਜਾਵਾਂਗੇ। ਓਕੇ।